ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਜੇ ਪਤਨੀ ਪੇਕਿਆਂ ਕੋਲ ਰਹਿਣ ਲਈ ਮਜਬੂਰ ਹੈ ਤਾਂ ਪਤੀ ਕੋਲ ਕੁਝ ਵੀ ਅਜਿਹਾ ਨਹੀਂ ਹੁੰਦਾ ਜਿਸ ਤੇ ਉਹ ਮਾਣ ਕਰ ਸਕੇ। 31 ਦਸੰਬਰ ਅਤੇ 1 ਜਨਵਰੀ ਵਿੱਚ ਅੰਤਰ ਇੱਕ ਦਿਨ ਦਾ ਹੀ ਹੁੰਦਾ ਹੈ, ਪਰ ਦੋਹਾਂ ਦਿਨਾਂ ਤੇ ਮਨ ਦੀ ਹਾਲਤ ਬਿਲਕੁਲ ਵੱਖਰੀ ਹੁੰਦੀ ਹੈ। ਚਰਿੱਤਰ ਦੇ ਅਰਥ ਸਹੀ ਕਾਰਜ ਕਰਨ ਤੋਂ ਹਨ, ਕਿਸੇ ਨੂੰ ਪਤਾ ਲੱਗੇ ਭਾਵੇਂ ਨਾ ਲੱਗੇ। ਅਮੀਰ ਕੌਣ ਹੈ? ਅਮੀਰ ਉਹ ਹੈ ਜੋ ਸੰਤੁਸ਼ਟ ਹੈ। ਸੰਤੁਸ਼ਟ ਕੌਣ ਹੈ? ਕੋਈ ਨਹੀਂ। ਇਸ ਲਈ ਇਸ ਸੰਸਾਰ ਵਿੱਚ ਕੋਈ ਵੀ ਅਮੀਰ ਨਹੀਂ ਹੈ। ਪ੍ਰਸੰਨ ਹੋਣ ਦੀ ਹਾਲਤ ਵਿੱਚ ਮੋਟੇ ਵੀ ਪਤਲਿਆਂ ਵਾਂਗ ਹੱਸਦੇ ਹਨ। ਪਿਆਰ ਉਹ ਹਾਲਤ ਹੁੰਦੀ ਹੈ ਜਦੋਂ ਪਿਆਰੇ ਦੀਆਂ ਅੱਖਾਂ ਵਿੱਚ ਜੋ ਵੇਖਣਾ ਚਾਹੀਏ ਸਭ ਕੁਝ ਦਿਸ ਪਵੇ, ਕਿਧਰੇ ਹੋਰ ਕੁਝ ਹੋਰ ਵੇਖਣ ਲਈ ਕੁਝ ਨਾ ਬਚੇ। ਸੱਭਿਅਤਾ ਦੀਆਂ ਹੱਦਾਂ ਨਹੀਂ ਹੁੰਦੀਆਂ, ਇਹ ਸਾਡੇ ਮਨ ਵਾਂਗ ਵਿਸ਼ਾਲ ਹੁੰਦੀ ਹੈ। ਜਿਹੜਾ ਭੈੜੀਆਂ ਆਦਤਾਂ ਕਾਰਨ ਬਰਬਾਦ ਹੋਇਆ ਹੈ, ਜੇ ਉਸ ਨਾਲ ਸੰਬੰਧ ਰੱਖੋਗੇ ਉਹ ਤੁਹਾਨੂੰ ਵੀ ਉਜਾੜ ਦੇਵੇਗਾ। ਜਿਸ ਕੰਮ ਦੀ ਸਮਝ ਨਾ ਹੋਵੇ ਉਸ ਵਿੱਚ ਪੈਸਾ ਨਾ ਲਾਓ, ਸਫਲ ਨਹੀਂ ਹੋਵੋਗੇ। ਬਹੁਤੇ ਲੋਕ ਕਮਾਉਣ ਤੱਕ ਸਿਆਣੇ ਹੁੰਦੇ ਹਨ, ਪਰ ਖਰਚਣ ਵੇਲੇ ਮੂਰਖ ਬਣ ਜਾਂਦੇ ਹਨ। ਦੁੱਖ ਵਿੱਚ ਮਨੁੱਖ ਦੂਰ ਤੱਕ ਨਹੀਂ ਵੇਖਦਾ। ਜੇ ਦੂਰ ਵੇਖ ਕੇ ਉਹ ਲੰਘ ਗਏ ਚੰਗੇ ਸਮਿਆਂ ਨੂੰ ਵੇਖੇ ਤਾਂ ਉਸਦੇ ਦੁੱਖ ਜਲਦੀ ਦੂਰ ਹੋ ਜਾਂਦੇ ਹਨ। ਜੇ ਔਕਾਤ ਨਹੀਂ ਤਾਂ ਵੱਡੀਆਂ ਦੁਕਾਨਾਂ ਤੇ ਨਾ ਜਾਓ, ਕਿਉਂਕਿ ਉੱਥੋਂ ਤੁਸੀਂ ਉਹ ਚੀਜ਼ਾਂ ਖਰੀਦ ਲਿਆਓਗੇ ਜੋ ਤੁਸੀਂ ਉਂਝ ਖਰੀਦ ਨਹੀਂ ਸਕਦੇ ਅਤੇ ਜਿਨ੍ਹਾਂ ਦੀ ਤੁਹਾਨੂੰ ਲੋੜ ਵੀ ਨਹੀਂ ਹੁੰਦੀ। ਜਿਹੜੇ ਸ਼ੀਸ਼ਾ ਵਧੇਰੇ ਵੇਖਦੇ ਹਨ ਉਹ ਫੋਟੋਆਂ ਵੀ ਵਧੇਰੇ ਖਿਚਵਾਉਂਦੇ ਹਨ। ਮਨੁੱਖ ਪਸੰਦ ਸਾਂਝਾਂ ਨੂੰ ਕਰਦਾ ਹੈ, ਪਰ ਸਿੱਖਦਾ ਸਭ ਕੁਝ ਵਖਰੇਵਿਆਂ ਤੋਂ ਹੈ। ਜੇ ਭੋਜਨ ਠੀਕ ਨਹੀਂ ਤਾਂ ਦਵਾਈ ਅਸਰ ਨਹੀਂ ਕਰੇਗੀ। ਜੇ ਭੋਜਨ ਠੀਕ ਹੈ ਤਾਂ ਦਵਾਈ ਦੀ ਲੋੜ ਨਹੀਂ ਪਵੇਗੀ। ਕਾਨੂੰਨ ਉਦੋਂ ਤੱਕ ਹੀ ਕਾਨੂੰਨ ਹੁੰਦਾ ਹੈ ਜਦੋਂ ਤੱਕ ਕਾਨੂੰਨ ਮੰਨਣ ਵਾਲਿਆਂ ਦੀ ਗਿਣਤੀ ਕਾਨੂੰਨ ਤੋੜਨ ਵਾਲਿਆਂ ਨਾਲੋਂ ਵਧੇਰੇ ਰਹਿੰਦੀ ਹੈ। ਇਸਤਰੀਆਂ ਵਿੱਚ ਆਪਣੀ ਹੀ ਟੀਮ ਵਿਰੁੱਧ ਗੋਲ ਕਰਨ ਦੀ ਆਦਤ ਬੜੀ ਪੱਕੀ ਅਤੇ ਸਰਬ ਵਿਆਪਕ ਹੈ। ਸੱਭਿਆਚਾਰ ਮਨ ਨੂੰ ਵਿਸ਼ਾਲ ਕਰਦਾ ਹੈ। ਸੱਭਿਅਤਾ ਮਨ ਨੂੰ ਟਿਕਾਓ ਦਿੰਦੀ ਹੈ। ਟਿਕੇ ਹੋਣ ਤੋਂ ਬਿਨਾਂ ਮਨ ਵਿਸ਼ਾਲ ਨਹੀਂ ਹੋ ਸਕਦਾ। ਮਨ ਉਦਾਸ ਹੋਵੇ, ਕੋਈ ਆਸ ਨਾ ਹੋਵੇ, ਕਿਸੇ ਦੀ ਉਡੀਕ ਨਾ ਹੋਵੇ, ਕੋਈ ਉਡੀਕ ਨਾ ਰਿਹਾ ਹੋਵੇ, ਸ਼ਾਂਤ ਬਹਿ ਕੇ ਵਹਿੰਦੇ ਪਾਣੀ ਨੂੰ ਵੇਖੋ, ਉਦਾਸੀ ਜਾਂਦੀ ਰਹੇਗੀ। ਘੱਟ ਬੋਲਣ ਵਾਲੇ ਵਧੇਰੇ ਧਿਆਨ ਨਾਲ ਸੁਣੇ ਜਾਂਦੇ ਹਨ। ਜੇ ਫੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ ਤਾਂ ਮਨ ਲੋੜੀਂਦੀ ਸਰੀਰਕ ਤਾਕਤ ਅਤੇ ਢੰਗ ਤਰੀਕੇ ਆਪੇ ਉਪਜਾਵੇਗਾ। ਰੌਲਾ ਪਾਉਣਾ ਵਿਰੋਧ ਕਰਨ ਦੀ ਇੱਕ ਵਿਧੀ ਹੈ। ਉੱਚਾ ਬੋਲਣਾ ਅਪਰਵਾਨਗੀ ਦਾ ਐਲਾਨ ਹੁੰਦਾ ਹੈ। ਚੰਗੀਆਂ ਕਦਰਾਂ ਕੀਮਤਾਂ ਸਿਖਾਈਆਂ ਨਹੀਂ ਜਾਂਦੀਆਂ, ਅਪਣਾਈਆਂ ਜਾਂਦੀਆਂ ਹਨ। ਕਿਸੇ ਫਿਲਮ ਨੂੰ ਵਾਰ-ਵਾਰ ਵੇਖਣਾ ਫਿਲਮ ਦੀ ਪ੍ਰਸ਼ੰਸਾ ਦਾ ਨਹੀਂ, ਦਰਸ਼ਕ ਦੇ ਮਾਨਸਿਕ ਰੋਗੀ ਹੋਣ ਦਾ ਸਬੂਤ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਹਰੇਕ ਗਲਤੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਹ ਬੱਚੇ ਵਧੇਰੇ ਝੂਠ ਬੋਲਦੇ ਹਨ। ਚੰਗੀ ਖਬਰ ਅਤੇ ਭੈੜੀ ਖਬਰ ਦੇ ਫੈਲਣ ਦੀ ਰਫ਼ਤਾਰ ਵੱਖਰੀ-ਵੱਖਰੀ ਹੁੰਦੀ ਹੈ। ਗੁਲਾਮਾਂ ਦਾ ਸਤਿਕਾਰ ਨਹੀਂ ਹੁੰਦਾ
ਕਿਉਂਕਿ ਗੁਲਾਮ ਆਪ ਆਪਣਾ ਸਤਿਕਾਰ ਨਹੀਂ ਕਰਦੇ, ਗੁਲਾਮ ਗੁਲਾਮਾਂ ਦਾ ਸਤਿਕਾਰ ਨਹੀਂ ਕਰਦੇ। ਕਿਸੇ ਦਾ ਬਚਪਨ ਦਾ ਦੋਸਤ ਬਣਨ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ। ਲੋਕ ਚਿੰਤਾ ਕਰਦੇ ਹਨ ਕਿ ਕੱਲ੍ਹ ਕੀ ਹੋਵੇਗਾ। ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਜੋ ਅੱਜ ਕਰ ਰਹੇ ਹਾਂ ਉਸ ਦੇ ਕੱਲ੍ਹ ਸਿੱਟੇ ਕੀ ਨਿਕਲਣਗੇ। ਮਹਿਸੂਸ ਕਰਨ ਵਾਲੀਆਂ ਗੱਲਾਂ ਬੋਲੀਆਂ ਸੁਣੀਆਂ ਨਹੀਂ ਜਾਂਦੀਆਂ। ਐਸੀ ਸਾਧਨਾ ਦੀ ਘਾਟ ਕਾਰਨ ਨਹੀਂ, ਪਰਸਪਰ ਸੰਬੰਧਾਂ ਦੇ ਵਿਗੜਨ ਅਤੇ ਸਮੇਂ ਦੀ ਦੁਰਵਰਤੋਂ ਕਾਰਨ ਦੁਖੀ ਹੁੰਦੇ ਹਾਂ। ਅਜੇ ਤੱਕ ਕੋਈ ਵੀ ਰਾਤੋਂ ਰਾਤ ਸਿਆਣਾ ਨਹੀਂ ਬਣਿਆ। ਇਤਿਹਾਸ ਉਦਾਹਰਨਾਂ ਵਾਲਾ ਗਿਆਨ ਹੁੰਦਾ ਹੈ। ਝਗੜਾ ਇਸ ਕਾਰਨ ਹੁੰਦਾ ਹੈ ਕਿਉਂਕਿ ਥੱਪੜ ਖਾਣ ਤੋਂ ਪਹਿਲਾਂ ਮੁੱਕਾ ਮਾਰ ਦਿੱਤਾ ਜਾਂਦਾ ਹੈ। ਛੁਪੇ ਹੋਏ ਸੰਬੰਧ ਪ੍ਰਤੱਖ ਸੰਬੰਧਾਂ ਨਾਲੋਂ ਵਧੇਰੇ ਨਿੱਘੇ ਅਤੇ ਸ਼ਕਤੀਸ਼ਾਲੀ ਹੁੰਦੇ ਹਨ। ਸ਼ਰਾਬ ਪੁਰਾਣੀ ਤੋਂ ਪੁਰਾਣੀ, ਪਾਣੀ ਤਾਜ਼ੇ ਤੋਂ ਤਾਜ਼ਾ, ਪੁਰਸ਼ ਸਿਆਣੇ ਤੋਂ ਸਿਆਣਾ, ਇਸਤਰੀ ਸੋਹਣੀ ਤੋਂ ਸੋਹਣੀ, ਇਹ ਆਪਸ ਵਿੱਚ ਬੜੀ ਜਲਦੀ ਘੁਲ ਮਿਲ ਜਾਂਦੇ ਹਨ। ਤੋਹਫੇ ਕਦੇ ਵੀ ਤੋਲੇ ਨਹੀਂ ਜਾਂਦੇ, ਵਡਿਆਏ ਜਾਂਦੇ ਹਨ। ਇਹ ਵਰਤੇ ਨਹੀਂ ਜਾਂਦੇ, ਸਜਾਏ ਜਾਂਦੇ ਹਨ। ਇਹ ਵੇਖੇ ਨਹੀਂ ਜਾਂਦੇ, ਵਿਖਾਏ ਜਾਂਦੇ ਹਨ। ਲੋਕਾਂ ਦੀ ਸੇਵਾ ਕਰੋ, ਲੋਕ ਤੁਹਾਡੀ ਪੂਜਾ ਕਰਨਗੇ। ਬਰਾਬਰੀ ਇਸ ਕਰਕੇ ਅਸੰਭਵ ਹੈ ਕਿਉਂਕਿ ਇਹ ਕੇਵਲ ਉੱਪਰਲਿਆਂ ਨਾਲ ਹੀ ਚਾਹੀ ਜਾਂਦੀ ਹੈ। ਬਰਾਬਰੀ ਇਸ ਕਰਕੇ ਅਸੰਭਵ ਹੈ ਕਿਉਂਕਿ ਇਹ ਕੇਵਲ ਉੱਪਰਲਿਆਂ ਨਾਲ ਹੀ ਚਾਹੀ ਜਾਂਦੀ ਹੈ। ਰਾਜਨੀਤੀ ਵਿੱਚ ਨਫ਼ਰਤ ਹੀ ਹੁੰਦੀ ਹੈ, ਸੋ ਰਾਜਸੀ ਨੇਤਾਵਾਂ ਦੀ ਪਰਸਪਰ ਨਫ਼ਰਤ ਨੂੰ ਭੈੜਾ ਨਹੀਂ ਸਮਝਿਆ ਜਾਂਦਾ। ਕੇਵਲ ਮਨੁੱਖ ਵਿੱਚ ਆਪਣੇ ਪੂਰਵਜਾਂ ਨੂੰ ਯਾਦ ਰੱਖਣ ਦੀ ਸੋਝੀ ਹੈ। ਇਸੇ ਕਰਕੇ ਮਨੁੱਖ ਚਾਹੁੰਦਾ ਹੈ ਕਿ ਉਸ ਦੇ ਵਾਰਿਸ ਉਸ ਨੂੰ ਯਾਦ ਰੱਖਣ। ਇਤਿਹਾਸ ਦੀਆਂ ਮਹਾਨ ਘਟਨਾਵਾਂ ਨਿਰੰਤਰ ਵਾਪਰਦੀਆਂ ਰਹਿੰਦੀਆਂ ਹਨ, ਹੁਣ ਵੀ ਵਾਪਰ ਰਹੀਆਂ ਹਨ। ਜੇ ਹਾਰਨ ਦਾ ਜਿਗਰਾ ਨਹੀਂ ਤਾਂ ਜਿੱਤਣ ਦੀ ਹਿੰਮਤ ਵੀ ਨਹੀਂ ਹੋਵੇਗੀ। ਮਨ ਨੂੰ ਮਾਰਨ ਦੀ ਲੋੜ ਨਹੀਂ, ਵਿਸ਼ਾਲ ਅਤੇ ਬਲਵਾਨ ਕਰਨ ਦੀ ਲੋੜ ਹੈ। ਜਦੋਂ ਤੱਕ ਕਿਸੇ ਸਮਾਜ ਵਿੱਚ ਲਿਖਣ ਦੀ ਸਹੂਲਤ ਨਹੀਂ ਉਪਜਦੀ, ਉਦੋਂ ਤੱਕ ਉਸ ਸਮਾਜ ਵਿੱਚ ਉਸ ਸਮਾਜ ਦਾ ਇਤਿਹਾਸ ਹੋਂਦ ਵਿੱਚ ਨਹੀਂ ਆਉਂਦਾ। ਸਿੱਖਿਆ ਦੇ ਪਸਾਰ ਤੋਂ ਪਹਿਲਾਂ ਸੰਸਾਰ ਵਿੱਚ ਸਾਰੇ ਲੋਕ ਲਗਭਗ ਬਰਾਬਰ ਸਨ। ਅੰਤਰ ਪਹਿਲਾਂ ਸਿੱਖਿਆ ਨੇ ਅਤੇ ਮਗਰੋਂ ਵਿਗਿਆਨ ਨੇ ਉਪਜਾਏ ਹਨ। ਆਪਣੇ ਘਰ ਮਹਿਮਾਨ ਲਈ ਕੱਪੜੇ, ਬਿਸਤਰਾ ਅਤੇ ਗੁਸਲਖਾਨਾ ਇਵੇਂ ਰੱਖੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਕਿਸੇ ਦੇ ਘਰ ਤੁਹਾਡੇ ਲਈ ਰੱਖਿਆ ਜਾਵੇ। ਉਸੇ ਸਮਾਜ ਜਾਂ ਪਰਿਵਾਰ ਵਿੱਚ ਮਜ਼ਬੂਤ ਵਿਅਕਤੀ ਉਪਜਦੇ ਹਨ ਜਿੱਥੇ ਡਿਸਿਪਲਨ ਮਜ਼ਬੂਤ ਹੁੰਦਾ ਹੈ। ਮਹਾਨ ਵਿਅਕਤੀਆਂ ਦੇ ਲੰਮੇ ਪਰਛਾਵਿਆਂ ਨੂੰ ਇਤਿਹਾਸ ਕਹਿੰਦੇ ਹਨ। ਜੇ ਸਾਡੇ ਵਿਰੋਧੀ ਸਫਲ ਹੋ ਜਾਣ ਤਾਂ ਅਸੀਂ ਕਹਿੰਦੇ ਹਾਂ ਉਹਨਾਂ ਦੀ ਕਿਸਮਤ ਚੰਗੀ ਸੀ। ਵਿਆਹ ਪੈਸੇ ਜਾਂ ਪਿਆਰ ਦੀ ਘਾਟ ਕਰਕੇ ਨਹੀਂ, ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰ ਜਾਂ ਅਣਗਹਿਲੀ ਕਾਰਨ ਟੁੱਟਦੇ ਹਨ। ਕਿਸੇ ਦੇ ਕੱਪੜਿਆਂ ਕਾਰਨ ਕੋਈ ਦਰਵਾਜ਼ਾ ਖੁੱਲ੍ਹ ਤਾਂ ਜਾਵੇਗਾ, ਪਰ ਉਹ ਖੁੱਲ੍ਹਾ ਉਸ ਦੀ ਸਿਆਣਪ ਨਾਲ ਹੀ ਰਹੇਗਾ। ਹੈਰਾਨ ਹੋਣ ਦੀ ਬਿਰਤੀ ਤੋਂ ਬਿਨਾਂ ਇਤਿਹਾਸ ਨਹੀਂ ਪੜ੍ਹਿਆ ਜਾ ਸਕਦਾ। ਜੇ ਨਿੱਕੀ ਜਿਹੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ ਤਾਂ ਇਸ ਨਾਲ ਗੱਲ ਦਾ ਹੀ ਨਹੀਂ, ਤੁਹਾਡੇ ਆਕਾਰ ਦਾ ਵੀ ਪਤਾ ਲੱਗਦਾ ਹੈ। ਸਿਆਣਪ ਇਹ ਜਾਣਨ ਵਿੱਚ ਹੈ ਕਿ ਕੀ ਕੀਤਾ ਜਾਵੇ, ਚਰਿੱਤਰ ਉਸ ਨੂੰ ਕਰਨ ਦੇ ਢੰਗ ਵਿੱਚ ਹੁੰਦਾ ਹੈ।
ਗਿਆਨ ਬੋਲਦਾ ਹੈ, ਅਕਲ ਸੁਣਦੀ ਹੈ, ਸਿਆਣਪ ਸਮਝਦੀ ਹੈ। ਪੁਰਾਤਨ ਰੋਮ ਵਿੱਚ ਇਸਤਰੀਆਂ ਦਾ ਕਾਰਜ ਯੋਧੇ ਜੰਮਣਾ ਸੀ। ਉੱਥੇ ਬਾਂਝ ਇਸਤਰੀਆਂ ਨੂੰ ਗਹਿਣੇ ਪਹਿਨਣ ਦੀ ਆਗਿਆ ਨਹੀਂ ਸੀ। ਹਿੱਸਿਆਂ ਦੀ ਸੁਤੰਤਰਤਾ ਸਮੁੱਚ ਦੀ ਮਜ਼ਬੂਤੀ ਦੇ ਅਨੁਪਾਤ ਵਿੱਚ ਹੁੰਦੀ ਹੈ। ਮਾਪੇ ਚਾਹੁੰਦੇ ਹਨ ਕਿ ਬੱਚਿਆਂ ਦੀ ਵੱਖਰੀ ਸੋਚ ਹੋਵੇ। ਜਦੋਂ ਸੋਚ ਵੱਖਰੀ ਹੋ ਜਾਂਦੀ ਹੈ ਤਾਂ ਮਾਪੇ ਕਹਿੰਦੇ ਹਨ, ਬੱਚੇ ਸਾਡਾ ਕਿਹਾ ਨਹੀਂ ਮੰਨਦੇ। ਮਨੁੱਖ ਇੱਕ ਵਾਰੀ ਦਾਨ ਦੇ ਕੇ ਪੱਥਰ ਉੱਤੇ ਉਕਰਵਾ ਕੇ ਦਹਾਕਿਆਂ ਤੱਕ ਦੱਸਦਾ ਰਹਿੰਦਾ ਹੈ, ਇਹ ਦਾਨ ਨਹੀਂ, ਮਾਨਤਾ ਖਰੀਦਣ ਦਾ ਇੱਕ ਨੀਵਾਂ ਢੰਗ ਹੈ। ਜਿਹੜਾ ਗਲਤੀਆਂ ਨਹੀਂ ਕਰਦਾ, ਉਹ ਕੁਝ ਨਵਾਂ ਨਹੀਂ ਸਿਰਜਦਾ। ਭਾਰਤ ਵਿੱਚ ਮੁਗਲਾਂ ਨੇ ਤਾਕਤ ਨਾਲ ਹਕੂਮਤ ਕੀਤੀ ਸੀ, ਅੰਗਰੇਜ਼ਾਂ ਨੇ ਅਕਲ ਨਾਲ ਰਾਜ ਕੀਤਾ ਸੀ। ਸੱਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ। ਵੱਡੇ ਦਿਮਾਗ ਆਪਸ ਵਿੱਚ ਟਕਰਾਏ ਬਿਨਾਂ ਨਹੀਂ ਰਹਿੰਦੇ। ਜਦੋਂ ਹਕੂਮਤ ਮਜ਼ਬੂਤ ਹੋਵੇ ਤਾਂ ਸੁਧਾਰਕ ਲਹਿਰਾਂ ਚੱਲਦੀਆਂ ਹਨ। ਜੇ ਹਕੂਮਤ ਕਮਜ਼ੋਰ ਹੋਵੇ ਤਾਂ ਬਗਾਵਤਾਂ ਉੱਠਦੀਆਂ ਹਨ। ਸਿਧਾਂਤ ਤੋਂ ਮੁਕਤ ਕੋਈ ਯਥਾਰਥ ਨਹੀਂ ਹੁੰਦਾ। ਜੇ ਲੋਕਾਂ ਨੂੰ ਸੋਚਣ ਲਈ ਕਹੋ ਤਾਂ ਉਹ ਤੁਹਾਨੂੰ ਪਸੰਦ ਹੀ ਕਰਨਗੇ, ਪਰ ਜੇ ਉਹ ਸੋਚਣ ਲੱਗ ਪਏ ਤਾਂ ਉਹ ਤੁਹਾਨੂੰ ਘਿਰਣਾ ਕਰਨਗੇ। ਜਿਸ ਸੱਚ ਬੋਲਣ ਨਾਲ ਲੋਕ ਭੜਕ ਉੱਠਦੇ ਹਨ, ਉਹ ਸੱਚ ਨਹੀਂ ਹੁੰਦਾ। ਲੋਕ ਸੱਚ ਨਾਲ ਨਹੀਂ ਭੜਕਦੇ, ਬੋਲਣ ਵਾਲੇ ਦੇ ਹੰਕਾਰ ਕਾਰਨ ਭੜਕਦੇ ਹਨ। ਮਨੁੱਖ ਕੋਲ ਇਤਨਾ ਗਿਆਨ ਕਦੇ ਵੀ ਨਹੀਂ ਹੁੰਦਾ ਕਿ ਉਹ ਆਪਣੀ ਅਗਿਆਨਤਾ ਮੰਨ ਲਵੇ। ਸੱਚ ਬੋਲਣ ਦੀ ਕਦੀ ਮੁਆਫ਼ੀ ਨਹੀਂ ਮੰਗਣੀ ਪੈਂਦੀ। ਜਦੋਂ ਪੁਰਸ਼ ਮਹਿਸੂਸ ਕਰਦਾ ਹੈ ਕਿ ਉਸਦਾ ਪਿਤਾ ਸਿਆਣਾ ਹੈ, ਉਸਦਾ ਆਪਣਾ ਪੁੱਤਰ ਸੋਚਣ ਲੱਗ ਪੈਂਦਾ ਹੈ ਕਿ ਉਹ ਮੂਰਖ ਹੈ। ਜਦੋਂ ਅਸੀਂ ਕਿਸੇ ਪੱਥਰ ਨੂੰ ਮੂਰਤੀ ਕਹਿੰਦੇ ਹਾਂ ਤਾਂ ਉਹ ਪੱਥਰ ਨਹੀਂ ਰਹਿੰਦੀ। ਪਿਆਰ ਕਰਨਾ ਪਿਆਰ ਕਰਨ ਨਾਲ ਹੀ ਸਿੱਖਿਆ ਜਾਂਦਾ ਹੈ। ਜ਼ਿੰਦਗੀ ਵਿੱਚ ਜੋ ਕਰਨ ਦੀ ਮਨਾਹੀ ਹੁੰਦੀ ਹੈ, ਕਲਾ ਦੇ ਖੇਤਰ ਵਿੱਚ ਉਹ ਕਰਨ ਦੀ ਖੁੱਲ੍ਹ ਹੁੰਦੀ ਹੈ। ਜਿਸ ਬੰਦੇ ਨੇ ਪਿਆਰ ਨਹੀਂ ਕੀਤਾ, ਉਹ ਅਰਦਾਸ ਵੀ ਨਹੀਂ ਕਰ ਸਕੇਗਾ। ਆਪਣੇ ਪਿਆਰੇ ਦਾ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੇ। ਆਪ ਤੁਰਨ ਵਾਲੇ ਕਿਸੇ ਦੇ ਰਾਹ ਦੀ ਰੁਕਾਵਟ ਨਹੀਂ ਬਣਦੇ। ਰਾਜਨੀਤੀ ਦੀ ਦਿਲਚਸਪੀ ਸੱਚ ਵਿੱਚ ਨਹੀਂ, ਹਕੂਮਤ ਵਿੱਚ ਹੁੰਦੀ ਹੈ। ਸੋ ਹਾਕਮਾਂ ਵੱਲੋਂ ਹਕੂਮਤ ਆਪਣੇ ਹੱਥ ਵਿੱਚ ਰੱਖਣ ਲਈ ਜੋ ਜਨਤਾ ਸੁਣਨਾ ਚਾਹੁੰਦੀ ਹੈ, ਹਾਕਮਾਂ ਵੱਲੋਂ ਉਹ ਬੋਲਿਆ ਜਾਂਦਾ ਹੈ। ਮਾਂ ਬੋਲੀ ਉਹ ਹੁੰਦੀ ਹੈ ਜੋ ਅਸੀਂ ਸੁਪਨਿਆਂ ਵਿੱਚ ਬੋਲਦੇ ਹਾਂ, ਜੋ ਅਸੀਂ ਪਿਆਰ ਵਿੱਚ ਬੋਲਦੇ ਹਾਂ, ਜੋ ਅਸੀਂ ਮਰਨ ਕਿਨਾਰੇ ਹੋਣ ਵੇਲੇ ਬੋਲਦੇ ਹਾਂ, ਜੋ ਅਸੀਂ ਰੋਣ ਵੇਲੇ ਬੋਲਦੇ ਹਾਂ। ਜੋ ਸੱਭਿਅਕ ਹੋਵੇਗਾ ਉਹ ਨਿਮਰ ਵੀ ਹੋਵੇਗਾ। ਜੇ ਦੁਸ਼ਮਣ ਕਾਬੂ ਨਾ ਆਵੇ ਤਾਂ ਉਸਨੂੰ ਆਪਣੀਆਂ ਮਿਹਰਬਾਨੀਆਂ ਨਾਲ ਮਾਰੋ। ਇੱਕ ਚੰਗੇ ਬੰਦੇ ਦੇ ਚੰਗੇ ਕੰਮਾਂ ਨਾਲ ਉਸਦਾ ਛੋਟਾ ਜਿਹਾ ਪਿੰਡ ਵੱਡਾ ਅਤੇ ਪ੍ਰਸਿੱਧ ਸਥਾਨ ਬਣ ਜਾਂਦਾ ਹੈ। ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਹਨਾਂ ਨੂੰ ਹੀ ਦੁਖੀ ਵੀ ਕਰਦੇ ਹਾਂ। ਜਦੋਂ ਡਾਕਟਰ ਬਿਮਾਰ ਬੱਚੇ ਨੂੰ ਚੁੱਕਦਾ ਹੈ ਤਾਂ ਮਾਂ ਦੀ ਘਬਰਾਹਟ ਮੁੱਕ ਜਾਂਦੀ ਹੈ। ਜਿਸ ਦੇ ਬੋਲਾਂ ਵਿੱਚ ਸਿਆਣਪ ਹੋਵੇ, ਉਸਨੂੰ ਨਾ ਕਰਨੀ ਮੁਸ਼ਕਿਲ ਹੁੰਦੀ ਹੈ। ਗਿਆਨ ਨਵੇਂ ਵਿਚਾਰ ਗ੍ਰਹਿਣ ਕਰਨ ਨਾਲ ਵੱਧਦਾ ਹੈ। ਸਿਆਣਪ ਵੇਲਾ ਵੇਹਾ ਚੁੱਕੇ ਵਿਚਾਰਾਂ ਨੂੰ ਤਿਆਗਣ ਨਾਲ ਵੱਧਦੀ ਹੈ। ਸੱਚ ਉਹ ਹੁੰਦਾ ਹੈ ਜਿਸ ਨੂੰ ਅਸੀਂ ਭਾਵੇਂ ਨਾ ਮੰਨੀਏ, ਉਹ ਫਿਰ ਵੀ ਸੱਚ ਹੀ ਰਹਿੰਦਾ ਹੈ। ਪਿਆਰ ਵਿੱਚੋਂ ਇਸ ਲਈ ਹੁਲਾਰਾ ਮਿਲਦਾ ਹੈ ਕਿਉਂਕਿ ਅਸੀਂ ਆਪਣੀ ਸਿਆਣਪ ਪਿਆਰੇ ਦੇ ਭਲੇ ਲਈ ਵਰਤਦੇ ਹਾਂ।
ਦਿਮਾਗ ਸਾਡੇ ਸਰੀਰ ਨੂੰ ਇੱਧਰ ਉੱਧਰ ਲੈ ਜਾਣ ਦਾ ਕਾਰਜ ਕਰਦਾ ਹੈ। ਅਕਲ ਅਤੇ ਸਿਆਣਪ ਦੇ ਪੱਖੋਂ ਹਰ ਕਿਸੇ ਨੂੰ ਮੁੱਢੋਂ ਆਰੰਭ ਕਰਨਾ ਪੈਂਦਾ ਹੈ। ਉਸੂਲਾਂ ਬਾਰੇ ਤਕਰਾਰ ਕਰਨ ਵਾਲੀਆਂ ਸਾਰੀਆਂ ਧਿਰਾਂ ਠੀਕ ਹੁੰਦੀਆਂ ਹਨ, ਕਿਉਂਕਿ ਉਸੂਲ ਨਿੱਜੀ ਹੁੰਦੇ ਹਨ। ਜ਼ਿੰਦਗੀ ਦੇ ਅਰਥ ਜ਼ਿੰਦਗੀ ਜਿਉਣ ਵਿੱਚ ਹੀ ਹੁੰਦੇ ਹਨ। ਆਪਣੇ ਆਪ ਨੂੰ ਕੁਦਰਤ ਨਾਲ ਇਕਸੁਰ ਕਰੋ, ਅਰਦਾਸ ਕਰਨ ਦੀ ਲੋੜ ਨਹੀਂ ਪਵੇਗੀ। ਸੰਸਾਰ ਵਿੱਚ ਹਰ ਕਿਸੇ ਨੂੰ ਇੱਜ਼ਤ ਕਮਾਉਣ ਦਾ ਅਵਸਰ ਮਿਲਦਾ ਹੈ, ਪਰ ਕੁਝ ਜਲਦੀ ਇੱਜ਼ਤਦਾਰ ਬਣਨ ਦੇ ਲਾਲਚ ਵਿੱਚ ਬਦਨਾਮ ਹੋ ਜਾਂਦੇ ਹਨ। ਸਤਸੰਗ ਉਹ ਹੁੰਦਾ ਹੈ ਜਿੱਥੇ ਜਿਨ੍ਹਾਂ ਨੇ ਕਦੇ ਵੀ ਨਾ ਗਾਇਆ ਹੋਵੇ ਉਹ ਵੀ ਸੁਰੀਲੀ ਆਵਾਜ਼ ਵਿੱਚ ਗਾਉਣ ਲੱਗ ਪੈਣ। ਆਪਣੀ ਸਿਆਣਪ ਦਾ ਗੁਣ ਗਾਇਨ ਕਰੋ, ਕੋਈ ਨਹੀਂ ਸੁਣੇਗਾ। ਆਪਣੀ ਮੂਰਖਤਾ ਦੀਆਂ ਗੱਲਾਂ ਕਰੋ, ਸਾਰੇ ਧਿਆਨ ਨਾਲ ਸੁਣਨਗੇ। ਲੋਕਾਂ ਨੂੰ ਮੂਰਖਾਂ ਨਾਲ ਮਿਲ ਕੇ ਆਨੰਦ ਮਿਲਦਾ ਹੈ, ਕਿਉਂਕਿ ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ। ਸੱਚੇ ਕਵੀ ਅਤੇ ਕਲਾਕਾਰ ਵਿੱਚ ਇਕੱਲਿਆਂ ਖਲੋਣ ਦੀ ਹਿੰਮਤ ਹੁੰਦੀ ਹੈ। ਭਰਤੀ ਉਪਰੰਤ ਫੌਜ ਵਿੱਚ ਇਤਨੀ ਸਖਤ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਸ ਮਗਰੋਂ ਫੌਜੀਆਂ ਨੂੰ ਹਰੇਕ ਕੰਮ ਸੌਖਾ ਲੱਗਦਾ ਹੈ। ਕਿਸੇ ਹਾਕਮ ਦੀ ਬੇਈਮਾਨੀ ਜਾਣਨੀ ਉਤਨੀ ਹੀ ਮੁਸ਼ਕਿਲ ਹੁੰਦੀ ਹੈ ਜਿਤਨਾ ਮੁਸ਼ਕਿਲ ਇਹ ਜਾਣਨਾ ਹੁੰਦਾ ਹੈ ਕਿ ਸਮੁੰਦਰ ਵਿੱਚ ਮੱਛੀ ਨੇ ਕਿਤਨਾ ਪਾਣੀ ਪੀਤਾ ਹੈ। ਜਦੋਂ ਕਿਸੇ ਨੂੰ ਪਿਆਰ ਕੀਤਾ ਜਾਂਦਾ ਹੈ ਤਾਂ ਸਾਰੀਆਂ ਸ਼ੁਭ ਇੱਛਾਵਾਂ ਪ੍ਰਗਟ ਹੋਣ ਲਈ ਕਾਹਲੀਆਂ ਪੈਣ ਲੱਗ ਪੈਂਦੀਆਂ ਹਨ। ਜੋ ਕਰਨਾ ਚੰਗਾ ਲੱਗਦਾ ਹੋਵੇ ਉਸ ਵਾਸਤੇ ਵਕਤ ਕੱਢਣ ਅਤੇ ਧਨ ਜੁਟਾਉਣ ਵਿੱਚ ਮੁਸ਼ਕਲ ਨਹੀਂ ਹੁੰਦੀ। ਘਰੇਲੂ ਕੰਮ ਥਕਾ ਦਿੰਦੇ ਹਨ, ਕਿਉਂਕਿ ਇਹ ਦਿਸਦੇ ਹੀ ਨਹੀਂ। ਇਹਨਾਂ ਦੀ ਕੋਈ ਪ੍ਰਸ਼ੰਸਾ ਨਹੀਂ ਹੁੰਦੀ, ਇਹਨਾਂ ਦੀ ਕੋਈ ਉਜਰਤ ਨਹੀਂ ਮਿਲਦੀ, ਇਹ ਮੁੱਕਦੇ ਹੀ ਨਹੀਂ। ਅਧੂਰੇ ਕੰਮ ਅਧੂਰੇਪਣ ਦੀ ਭਾਵਨਾ ਸਿਰਜਦੇ ਹਨ। ਆਪਣੀਆਂ ਲੋੜਾਂ ਨੂੰ ਆਪਣੇ ਵਸੀਲਿਆਂ ਵਿੱਚ ਪੂਰੀਆਂ ਕਰਨ ਅਤੇ ਆਪਣੀ ਯੋਗਤਾ ਦੇ ਅਨੁਪਾਤ ਵਿੱਚ ਇੱਛਾਵਾਂ ਕਰਨ ਨਾਲ ਪ੍ਰਸੰਨਤਾ ਮਿਲਦੀ ਹੈ। ਕੋਈ ਵੀ ਉਤਨਾ ਸੋਹਣਾ ਨਹੀਂ ਹੁੰਦਾ ਜਿਤਨਾ ਆਪਣੀ ਫੋਟੋ ਵਿੱਚ ਲੱਗਦਾ ਹੈ। ਵਕਤ ਸਿਰ ਵਿਖਾਈ ਅਕਲ ਨੂੰ ਸਿਆਣਪ ਕਹਿੰਦੇ ਹਨ। ਹਰ ਸੱਭਿਅਤਾ ਕਿਸੇ ਦਰਿਆ ਨਾਲ ਸੰਬੰਧਿਤ ਅਤੇ ਕਿਸੇ ਨਗਰ ਨਾਲ ਜੁੜੀ ਹੁੰਦੀ ਹੈ। ਸਿਆਣਾ ਆਪਣੇ ਦੁਸ਼ਮਣਾਂ ਤੋਂ ਵੀ ਲਾਭ ਉਠਾਉਂਦਾ ਹੈ, ਮੂਰਖ ਆਪਣੇ ਦੋਸਤਾਂ ਤੋਂ ਵੀ ਨੁਕਸਾਨ ਕਰਵਾਉਂਦਾ ਹੈ। ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਹੱਲ ਨਹੀਂ ਕਰਦੇ ਤਾਂ ਅਸੀਂ ਆਪ ਹੀ ਸਮੱਸਿਆ ਬਣ ਜਾਂਦੇ ਹਾਂ। ਸੰਸਾਰ ਸੁੰਗੜ ਨਹੀਂ ਰਿਹਾ, ਮਨੁੱਖ ਫੈਲ ਰਿਹਾ ਹੈ। ਸਿਆਣਾ ਮਨੁੱਖ ਸ਼ੁਰੂ ਵਿੱਚ ਹੀ ਉਵੇਂ ਕਰਦਾ ਹੈ ਜਿਸ ਨੂੰ ਆਮ ਲੋਕ ਕਈ ਵਾਰ ਕਰਕੇ ਅਖੀਰ ਵਿੱਚ ਕਰਦੇ ਹਨ। ਜੇ ਸੋਚੋ ਅਤੇ ਮਹਿਸੂਸ ਕਰੋ ਤਾਂ ਸਾਰਾ ਸੰਸਾਰ ਹੀ ਆਪਣਾ ਹੈ। ਅਸਲੀ ਸਤਿਕਾਰ ਉਹ ਹੈ ਜੋ ਉਦੋਂ ਵੀ ਹੋਵੇ ਜਦੋਂ ਪੈਸਾ ਅਤੇ ਅਹੁਦਾ ਨਾ ਰਹਿਣ। ਹਰ ਕਿਸੇ ਨੂੰ ਆਪਣਾ ਧਰਮ ਅਤੇ ਬਾਕੀ ਧਰਮ ਹਾਸੋਹੀਣੇ ਕਰਮ ਕਾਂਡ ਲੱਗਦੇ ਹਨ। ਮਨੁੱਖਾਂ ਤੋਂ ਦੁਖੀ ਹੋਏ ਬਿਨਾਂ ਰੱਬ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਹਰ ਕਿਸੇ ਨੂੰ ਆਪਣਾ ਧਰਮ ਅਤੇ ਬਾਕੀ ਧਰਮ ਹਾਸੋਹੀਣੇ ਕਰਮ ਕਾਂਡ ਲੱਗਦੇ ਹਨ। ਅਸੀਂ ਉਹਨਾਂ ਦੀ ਬੋਲੀ ਬੋਲਣੀ ਪਸੰਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਸਿਆਣੇ, ਬਹਾਦਰ, ਅਮੀਰ, ਖੁਸ਼ਹਾਲ ਅਤੇ ਸਲੀਕੇ ਵਾਲੇ ਸਮਝਦੇ ਹਾਂ। ਇਸਤਰੀ ਇਸ ਲਈ ਨਾ ਕਰਦੀ ਹੈ ਤਾਂ ਕਿ ਪੁਰਸ਼ ਯਤਨ ਦੁੱਗਣੇ ਕਰ ਦੇਵੇ। ਹਰ ਕਲਾ ਦੀ ਪਰੰਪਰਾ ਹੁੰਦੀ ਹੈ, ਪਰੰਪਰਾ ਹੀ ਕਲਾ ਨੂੰ ਡੂੰਘਾਈ ਪ੍ਰਦਾਨ ਕਰਦੀ ਹੈ। ਇਸਤਰੀ ਨੂੰ ਇਹ ਦੱਸਣਾ ਕਿ ਉਹ ਕੀ ਨਾ ਕਰੇ, ਇਹ ਦੱਸਣਾ ਹੁੰਦਾ ਹੈ ਕਿ ਉਹ ਕੀ ਕਰ ਸਕਦੀ ਹੈ। ਕਈ ਬੰਦੇ 5 ਮਿੰਟ ਵਿੱਚ ਹੀ ਸਾਡਾ ਸਾਰਾ ਦਿਨ ਬਰਬਾਦ ਕਰ ਜਾਂਦੇ ਹਨ। ਅਨੇਕਾਂ ਲੋਕ ਪੈਸੇ ਕਮਾਉਂਦਿਆਂ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਹਨ।
ਇਸਤਰੀ ਦੇ ਸਾਰੇ ਸਮਾਜਿਕ ਰੂਪ ਮਾਂ, ਭੈਣ, ਪਤਨੀ, ਧੀ, ਨੂੰਹ ਅਤੇ ਸੱਸ ਜ਼ਿੰਮੇਵਾਰੀਆਂ ਦੇ ਨਾਂ ਹਨ। ਸੇਵਾ ਉਹ ਕੰਮ ਕਰਨ ਵਿੱਚ ਹੁੰਦੀ ਹੈ ਜੋ ਪਸੰਦ ਵੀ ਨਹੀਂ ਹੁੰਦਾ ਅਤੇ ਚੰਗਾ ਵੀ ਨਹੀਂ ਲੱਗਦਾ, ਪਰ ਫਿਰ ਵੀ ਪ੍ਰਸੰਨ ਚਿੱਤ ਹੋ ਕੇ ਕੀਤਾ ਜਾਵੇ। ਰਿਸ਼ਤੇ ਤੋੜਨ ਵਿੱਚ ਅਕਸਰ ਕਾਹਲ ਕੀਤੀ ਜਾਂਦੀ ਹੈ, ਜਿਸ ਕਾਰਨ ਮਗਰੋਂ ਪਛਤਾਵਾ ਉਪਜਦਾ ਹੈ। ਜਿਉਂਦਿਆਂ ਨਾਲ ਕੁਝ ਵੀ ਵਾਪਰ ਸਕਦਾ ਹੈ, ਪਰ ਮਰ ਗਏ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੇ ਹਨ। ਸਮਾਜ ਜਿਹੜੀਆਂ ਸਜ਼ਾਵਾਂ ਇਸਤਰੀ ਨੂੰ ਦਿੰਦਾ ਹੈ, ਉਹ ਪੁਰਸ਼ਾਂ ਨੂੰ ਨਹੀਂ ਦਿੰਦਾ। ਮੌਕਿਆਂ ਦਾ ਨਾ ਹੋਣਾ, ਮੌਕਿਆਂ ਦਾ ਨਾ ਮਿਲਣਾ, ਮੌਕਿਆਂ ਨੂੰ ਨਾ ਸੰਭਾਲਣਾ ਗਰੀਬੀ ਦੇ ਕਾਰਨ ਬਣਦੇ ਹਨ। ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਸੁਤੰਤਰ ਸੋਚਣੀ ਦੀ ਪਹਿਲੀ ਸ਼ਰਤ ਹੁੰਦੀ ਹੈ। ਨਵੇਂ ਵਿਆਹਿਆਂ ਦਾ ਖੁਸ਼ ਦਿਖਾਈ ਦੇਣਾ ਸੁਭਾਵਿਕ ਹੈ, ਪਰ ਵਿਆਹ ਤੋਂ 15 ਵਰ੍ਹੇ ਮਗਰੋਂ ਵੀ ਪ੍ਰਸੰਨ ਨਜ਼ਰ ਆਉਣਾ ਹਰ ਕਿਸੇ ਨੂੰ ਹੈਰਾਨ ਕਰਦਾ ਹੈ। ਕੇਵਲ ਮਨੁੱਖ ਨੂੰ ਆਪਣੀ ਮੌਤ ਦਾ ਗਿਆਨ ਹੈ, ਇਸੇ ਕਰਕੇ ਕੇਵਲ ਮਨੁੱਖ ਵਿੱਚ ਅਮਰ ਹੋਣ ਦੀ ਤਾਂਘ ਹੈ। ਭਾਵੇਂ ਸਾਰੀ ਰਾਤ ਉਡੀਕੋ, ਸਵੇਰ ਹੋਣ ਵੇਲੇ ਹੀ ਹੋਵੇਗੀ। ਠੀਕ ਨੂੰ ਕਰਨ ਦੀ ਸਮੱਸਿਆ ਨਹੀਂ ਹੈ, ਸਮੱਸਿਆ ਇਹ ਜਾਣਨ ਦੀ ਹੈ ਕਿ ਠੀਕ ਕੀ ਹੈ। ਜਿਹੜੇ ਕਹਿੰਦੇ ਹਨ ਕਿ ਵਿੱਦਿਆ ਮਹਿੰਗੀ ਹੈ, ਉਹ ਅਨਪੜ੍ਹਤਾ ਨਾਲ ਗੁਜ਼ਾਰਾ ਕਰਕੇ ਵੇਖ ਲੈਣ। ਨੇਤਰਹੀਣ ਬੰਦਾ ਸਮਾਜ ਦਾ ਕੋਹਜ ਵੇਖਣ ਤੋਂ ਬਚ ਜਾਂਦਾ ਹੈ। ਝਗੜਾ ਇਸ ਲਈ ਨਹੀਂ ਨਿਬੜਦਾ ਕਿਉਂਕਿ ਅਸੀਂ ਝਗੜੇ ਨੂੰ ਝਗੜੇ ਨਾਲ ਨਿਪਟਾਉਣ ਦਾ ਯਤਨ ਕਰਦੇ ਹਾਂ। ਕਿਸੇ ਬਾਰੇ ਨਿਰਪੱਖ ਹੋ ਕੇ ਉਸ ਦੇ ਮਰਨ ਉਪਰੰਤ ਹੀ ਸੋਚਿਆ ਜਾ ਸਕਦਾ ਹੈ। ਇਸਤਰੀਆਂ ਸਮਾਜ ਨੂੰ ਸਿਰਜਦੀਆਂ ਅਤੇ ਸੰਭਾਲਦੀਆਂ ਹਨ, ਸੋ ਜਦੋਂ ਸਮਾਜ ਵਿੱਚ ਭ੍ਰਿਸ਼ਟਾਚਾਰ ਫੈਲਦਾ ਹੈ ਤਾਂ ਇਸਤਰੀਆਂ ਹੀ ਵਧੇਰੇ ਪਰੇਸ਼ਾਨ ਹੁੰਦੀਆਂ ਹਨ। ਸਭ ਤੋਂ ਚੰਗੇ ਪੈਸੇ ਆਪਣੇ ਕਮਾਏ ਹੁੰਦੇ ਹਨ। ਕਿਸੇ ਤੋਂ ਹਥਿਆਏ ਪੈਸੇ ਚੰਗੇ ਕੰਮਾਂ ਤੇ ਨਹੀਂ ਲੱਗਦੇ। ਕਿਸੇ ਇਸਤਰੀ ਤੋਂ ਧੋਖੇ ਨਾਲ ਲਏ ਪੈਸੇ ਕਦੇ ਸੁੱਖ ਨਹੀਂ ਦਿੰਦੇ। ਜਦੋਂ ਇਸਤਰੀਆਂ ਮਿਲ ਬੈਠਦੀਆਂ ਹਨ ਤਾਂ ਉਹਨਾਂ ਦਾ ਮਨੋਰੰਜਨ ਵਧੇਰੇ ਹੁੰਦਾ ਹੈ, ਕਿਉਂਕਿ ਉਹ ਕੁਝ ਵੀ ਢੱਕਿਆ ਅਣਛੋਹਿਆ ਨਹੀਂ ਰਹਿਣ ਦਿੰਦੀਆਂ। ਅਕਲ ਦੀਆਂ ਗੱਲਾਂ ਦੱਸਣ ਵਾਲੇ ਦੇ ਮੁਕਾਬਲੇ ਅਸੀਂ ਗਾਉਣ ਵਾਲੇ ਨੂੰ ਵਧੇਰੇ ਦਿਲਚਸਪੀ ਨਾਲ ਇਸ ਲਈ ਸੁਣਦੇ ਹਾਂ ਕਿਉਂਕਿ ਗਾਣਾ ਸੁਣਨ ਦੌਰਾਨ ਸਾਨੂੰ ਕਦੇ ਵੀ ਸੋਚਣਾ ਨਹੀਂ ਪੈਂਦਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।